मैं उदों बिलीव करांगा ਜਦੋਂ मैं वो नोटिफिकेशन देखूंगा ਤੁਹਾਡੇ ਕਹਿਣ ਨਾਲ ਵੀ मैं उदों कह दिया मैं ਤੁਹਾਨੂੰ ਕੀ ਪਤਾ ਪਹਿਲਾਂ ਇੱਕ ਮਿੰਟ ਗੁਰਸਿੱਖ ਦਾ ਕੰਮ ਹੈ ਹਰੇਕ ਨੂੰ ਤੁਸੀਂ ਕਹਿਣਾ ਮੈਂ ਤੁਹਾਨੂੰ ਤੁਸੀਂ ਕਹਿ ਰਿਹਾ ਮੈਂ ਤੁਸੀਂ ਕਹਿ ਰਿਹਾ ਤੂੰ ਇੱਕ ਮਿੰਟ ਮਾੜੀ ਕਰ ਰਿਹਾ ਜਿਹੜਾ 84 ਚ ਕਤਲੇਆਮ ਹੋਇਆ ਉਹਦਾ ਕਾਤਲ ਕੌਣ ਸੀ? ਇੰਦਰਾ ਗਾਂਧੀ ਸੀ ਕਿ ਨਹੀਂ? ਸਿੱਖਾਂ ਦੀ ਕਾਤਲ ਇੰਦਰਾ ਗਾਂਧੀ ਹੈ ਕਿ ਨਹੀਂ? ਤੁਸੀਂ ਉਹਨੂੰ ਮਾਂ ਦਾ ਖਿਤਾਬ ਦਿੱਤਾ ਕਿ ਨਹੀਂ? ਮੁੱਦਾ ਕਿਸਾਨੀ ਦਾ ਗੱਲ ਕਰੋ ਤੇ 84 ਦੀ ਗੱਲ ਕਰੋ। ਇਹ ਸਿਆਸਤ ਨਾ ਕਰੋ, ਸਿਆਸਤ ਨਾ ਕਰੋ। ਵੀ ਜਿੰਨੇ ਵੀ ਸਾਡੇ ਐਮਐਲਏ ਆ ਉਹਨਾਂ ਨੇ ਇੱਕ ਰਾਜ ਸਭਾ ਦੇ ਵਿੱਚ ਮਤਾ ਪਾਇਆ ਹੈ ਵੀ ਇਹ ਕਾਨੂੰਨ ਗਲਤ ਹੈ ਤਾਂ ਇਹ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣ ਦੇਵਾਂਗੇ। ਕੀ ਉਦੋਂ ਨਹੀਂ ਪੜ੍ਹੇ ਸੀ ਇਹਨਾਂ ਨੇ ਐਮਐਲਏ ਸਾਹਿਬ? ਦੋ ਕਮਿਸ਼ਨ ਬੈਠੇ ਜਿਹੜੇ ਖੇਤੀਬਾੜੀ ਸੰਬੰਧੀ ਸੀ। ਪਹਿਲਾਂ ਅਸੀਂ ਗੈਟ ਦੇ ਸੰਬੰਧ ਵੀ ਭਾਰਤ ਗੈਟ ਦਾ ਮੈਂਬਰ ਬਣੇ ਕਿ ਨਾ। ਜਿਹੜਾ ਕਮਿਸ਼ਨ ਬੈਠਾ ਸੀ ਉਹਨੇ ਕਾਂਗਰਸ ਨੂੰ ਇਹ ਗੱਲ ਕਹਿਤੀ ਸੀ ਵੀ ਭਾਰਤ ਨੂੰ ਇਹਦਾ ਮੈਂਬਰ ਨਹੀਂ ਬਣਨਾ ਚਾਹੀਦਾ। ਇਹਨਾਂ ਦੀ ਮਾਂ ਪਾਰਟੀ ਉਹਦੇ ਉਲਟ ਜਾ ਕੇ ਉਹਦਾ ਮੈਂਬਰ ਬਣੇ। ਇਹ ਕਹਿੰਦੇ ਆ ਕਿ ਮੈਂ ਕਹਿ ਰਿਹਾ ਸੱਚ ਹੈ। ਇੱਕ ਮਿੰਟ ਮੈਂ ਕਹਿ ਰਿਹਾ ਮੈਂ ਸੱਚ ਦੇਖੋ ਪਹਿਲਾਂ ਇੱਕ ਮਿੰਟ ਗੁਰਸਿੱਖ ਦਾ ਕੰਮ ਹੈ ਹਰੇਕ ਨੂੰ ਤੁਸੀਂ ਕਹਿਣਾ ਮੈਂ ਤੁਹਾਨੂੰ ਤੁਸੀਂ ਕਹਿ ਰਿਹਾ ਮੈਂ ਤੁਸੀਂ ਕਹਿ ਰਿਹਾ ਤੂੰ ਇੱਕ ਮਿੰਟ ਮਾੜੀ ਕਰ ਰਿਹਾ ਅਸੀਂ ਦੁਸ਼ਮਣ ਤੁਸੀਂ ਕਹਿੰਦੇ ਚਲੋ ਠੀਕ ਆ ਬੋਲ ਤੁਸੀਂ ਜਿਹੜੀ ਫਿਰ ਬੋਲ ਕਿਉਂਕਿ ਆਪਣੀ ਮੇਰੀ ਬੇਨਤੀ ਹੈ ਮੈਂ 42 ਸਾਲਾਂ ਦੀ ਉਮਰ ਦੇ ਵਿੱਚ ਹੁਣ ਮੇਰੀ ਮਾਰੇ ਇਦਾਂ ਹੋ ਜਾਣਾ ਖੁੱਲੇ ਬਹੁਤ ਤਕੜਾ ਕਿਸਾਨ ਅੰਦੋਲਨ ਨਾ ਕਰੋ ਯਾਰ। ਕਿਸਾਨ ਪਹਿਲਾਂ ਵੀ ਅਸੀਂ ਵੀ ਸਾਡੇ ਮਾਪਿਓ ਕਿਸਾਨ ਹੈ ਅਸੀਂ ਵੀ ਕਿਸਾਨ। ਅਗਰ ਕੋਈ ਇਸ ਤਰ੍ਹਾਂ ਦਾ ਫੈਸਲਾ ਆਇਆ ਪਿੱਛੇ ਭਾਈ ਥੋੜਾ ਖੁੱਲ ਜੋ ਕੋਈ ਨਹੀਂ ਆਪਦੇ ਕੋਲ ਹੀ ਖੜਨਾ ਆਇਆ ਸੀ। ਹਾਂ ਉਦੋਂ ਆਪਾਂ ਲੋਕਾਂ ਨੇ ਮੈਂ ਐਡਾ ਕੋਈ ਅੰਦੋਲਨ ਨਹੀਂ ਦੇਖਿਆ। ਆਪਾਂ ਨੂੰ ਉਦੋਂ ਅੰਦੋਲਨ ਕਰਨਾ ਚਾਹੀਦਾ ਸੀ। ਆਪਾਂ ਤੁਸੀਂ ਨਹੀਂ ਜੰਮੇ ਸੀ, ਅਸੀਂ ਵੀ ਨਹੀਂ ਜੰਮੇ ਸੀਗੇ ਉਦੋਂ। ਫਿਰ ਆਪਣੀ ਗੱਲ ਅਸੀਂ ਸੁਣਿਆ ਸੀ। ਅਗਲੀ ਗੱਲ ਸੁਣੋ ਜੀ, ਅੱਗੇ ਆਓ ਜੀ। ਅਗਲਾ ਸਵਾਲ ਤੁਹਾਡਾ। ਇੱਕ ਜਣਾ ਸਵਾਲ ਕਰੋ, ਇੱਕ ਜਣਾ ਸਮਝ ਨਹੀਂ ਆਉਣੀ। ਇੱਕ ਜਣਾ ਸਵਾਲ ਕਰੋ ਬਾਈ, ਇੱਕ ਜਣਾ 1906 ਤਾਂ ਲੜ ਸਕਦੇ ਨੇ ਆਪਾਂ ਅੱਜ ਛੇ ਤੇ ਆ ਜਾਓ। ਯਾਰ ਹੁਣ ਇੱਕ ਅਗਲਾ ਸਵਾਲ ਹੈ ਜੀ। ਪਹਿਲਾਂ ਤਾਂ ਭਾਈ ਸਾਹਿਬ ਤੁਸੀਂ ਆਪਾਂ ਆਥੋਰਾਈਜ਼ ਕੀਤਾ ਇਹਨਾਂ ਨੂੰ ਸਵਾਲ ਹਰੇਕ ਬੰਦਾ ਪਤਾ ਨਹੀਂ ਲੱਗਦਾ ਕੁਝ। ਇੱਕ ਜਣਾ ਸਵਾਲ ਕਰੋ ਬਾਈ, ਦਲੀਲ ਕਰਾਂਗੇ। ਅਗਲਾ ਆ ਜਾਓ ਜੀ। ਜਿਹੜੀ ਨੈਸ਼ਨਲ ਪਾਰਟੀ ਕਾਂਗਰਸ ਆ ਉਹਦੇ ਰਾਜਕਾਲ ਦੌਰਾਨ ਦੋ ਕਮਿਸ਼ਨ ਬੈਠੇ ਜਿਹੜੇ ਖੇਤੀਬਾੜੀ ਸੰਬੰਧੀ ਸੀ। ਪਹਿਲਾਂ ਅਸੀਂ ਗੈਟ ਦੇ ਸੰਬੰਧ ਵੀ ਭਾਰਤ ਗੈਟ ਦਾ ਮੈਂਬਰ ਬਣੇ ਕਿ ਨਾ। ਜਿਹੜਾ ਕਮਿਸ਼ਨ ਬੈਠਾ ਸੀ ਉਹਨੇ ਕਾਂਗਰਸ ਨੂੰ ਇਹ ਗੱਲ ਕਹਿਤੀ ਸੀ ਵੀ ਭਾਰਤ ਨੂੰ ਇਹਦਾ ਮੈਂਬਰ ਨਹੀਂ ਬਣਨਾ ਚਾਹੀਦਾ। ਇਹਨਾਂ ਦੀ ਮਾਂ ਪਾਰਟੀ ਉਹਦੇ ਉਲਟ ਜਾ ਕੇ ਉਹਦਾ ਮੈਂਬਰ ਬਣੀ। ਦੂਸਰਾ ਕਮਿਸ਼ਨ ਬੈਠਾ 2004 ਦੇ ਵਿੱਚ 6 ਦੇ ਵਿੱਚ ਉਹਨੇ ਰਿਪੋਰਟ ਤਿਆਰ ਕੀਤੀ ਜਿਸ ਰਿਪੋਰਟ ਦਾ ਨਾਮ ਪਿਆ ਡਾਕਟਰ ਸਵਾਮੀਨਾਥਨ ਦੀ ਰਿਪੋਰਟ। ਉਹ ਰਿਪੋਰਟ ਇਹ ਕਹਿੰਦੀ ਸੀ ਵੀ ਜੇ ਕਿਸਾਨਾਂ ਤੋਂ ਖੇਤੀ ਕਰਾਉਣੀ, ਜੇ ਇਹਨਾਂ ਸਿਰੋਂ ਕਰਜ਼ਾ ਲਾਉਣਾ ਤੇ ਇਹਨਾਂ ਨੂੰ ਲਾਗਤ ਖਰਚਿਆਂ ਤੇ 50% ਨਫਾ ਦੇਣਾ ਬਣਦਾ ਹੈ। ਉਹ ਰਿਪੋਰਟ 6 ਚ ਤਿਆਰ ਹੋ ਗਈ। 14 ਤੱਕ ਇਹਨਾਂ ਦੀ ਸਰਕਾਰ ਰਹੀ ਪਰ ਇਹਨਾਂ ਦੇ ਟੇਬਲ ਤੇ ਰੁਲਦੀ ਰਹੀ। ਪੁੱਛੋ ਮੰਤਰੀ ਸਾਹਿਬ ਜੀ ਤੁਸੀਂ ਉਹ ਲਾਗੂ ਕਿਉਂ ਨਹੀਂ ਕੀਤੀ? ਤੁਹਾਡੀ ਪਾਰਟੀ ਨੇ ਲਾਗੂ ਕਿਉਂ ਨਹੀਂ ਕੀਤੀ? ਚਲੋ ਪਹਿਲਾਂ ਫੇਰ ਉਹੀ ਸਵਾਲ ਕਿ ਮੈਂ ਉਸ ਵੇਲੇ ਮੁਕੰਮਲ ਪੋਲਿਟਿਕਸ 'ਚ ਨਹੀਂ ਸੀ, ਇੱਕ ਸਟੂਡੈਂਟ ਸੀ। ਇਹਦੇ ਬਾਰੇ ਮੈਂ ਸਵਾਲ ਦਾ ਕੀ ਜਵਾਬ ਦੇਵਾਂ? ਪਰ ਮੈਂ ਆਪਦੀ ਬੁੱਧੀ ਮੁਤਾਬਕ ਐਜ਼ ਏ ਮਿਨਿਸਟਰ ਆਫ ਪੰਜਾਬ ਗਵਰਨਮੈਂਟ ਮੈਂ ਇਹ ਗੱਲ ਕਹਿਣੀ ਚਾਹੁੰਦਾ। ਇਹ ਕਹਿੰਦੇ ਆ ਕਿ ਮੈਂ ਕਹਿ ਰਿਹਾ ਸੱਚ ਹੈ। ਇੱਕ ਮਿੰਟ ਮੈਂ ਕਹਿ ਰਿਹਾ ਮੈਂ ਸੱਚ ਹੈ। ਇਹ ਕਹਿ ਰਿਹਾ ਇਹ ਸੱਚ ਹੈ। ਇਹ ਕਹਿੰਦਾ ਇਹ ਸੱਚ ਹੈ। ਮੇਰੀ ਬੇਨਤੀ ਹੈ, ਮੈਂ ਕਿਸਾਨ ਯੂਨੀਅਨ ਦੀ ਜਥੇਬੰਦੀ ਨੂੰ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਜਿੰਨੇ ਸਵਾਲ ਤੁਸੀਂ ਇੱਕ ਲਿਖਤ ਦੇ ਵਿੱਚ ਅੱਜ ਨਹੀਂ 2 ਦਿਨਾਂ ਨੂੰ 3 ਨੂੰ ਦਿਓ। ਮੈਂ ਖੇਤੀਬਾੜੀ ਦੇ ਸਾਡੇ ਆਫੀਸਰ ਨਾਲ ਖੇਤੀਬਾੜੀ ਮੰਤਰੀ ਨਾਲ ਰਾਜਾ ਵੜਿੰਗ ਮੈਂ ਉਦੋਂ ਬਿਲੀਵ ਕਰਾਂਗਾ ਜਦੋਂ ਮੈਂ ਉਹ ਨੋਟੀਫਿਕੇਸ਼ਨ ਦੇਖੂੰਗਾ ਤੁਹਾਡੇ ਕਹਿਣ ਨਾਲ ਵੀ ਮੈਂ ਉਦੋਂ ਕਹਿ ਦਿਆਂ ਮੈਂ ਤੁਹਾਨੂੰ ਕੀ ਪਤਾ ਤੁਹਾਡੀ ਕਿਵੇਂ ਮੰਨ ਲਾਂ ਵੀ ਸੁਣੋ ਜੀ ਬਹੁਤ ਵਧੀਆ ਗੱਲ ਕੀਤੀ ਜੀ ਇਹਨਾਂ ਨੇ। ਇਹਨਾਂ ਦੇ ਨੌਲੇਜ ਨਹੀਂ ਹੋਣੀ। ਨਹੀਂ ਨੌਲੇਜ ਨਹੀਂ ਤੁਹਾਡੀ ਨੌਲੇਜ ਨਹੀਂ ਹੋਣੀ। ਮੈਂ ਇਹ ਕਲੀਅਰ ਕਰਦਾ ਮੈਂ ਜਿੰਨਾ ਚਿੱਕਰ ਕਿਸੇ ਗੱਲ ਦਾ ਸਾਡੀ ਤੁਸੀਂ ਹੁਣ ਜਿਹੜਾ ਬੰਦਾ ਕਹਿੰਦਾ ਕੋਈ ਕਹਿੰਦਾ ਜਿਹੜਾ ਜੰਮਿਆ ਨਹੀਂ ਉਸ ਵੇਲੇ
ਉਹ ਕਹਿੰਦਾ ਜੀ 1990 ਚ 99 ਚ ਐ ਹੋਇਆ ਭਾਈ ਜੀ 98 ਚ ਐ ਹੋਇਆ ਤੁਸੀਂ ਆਪਦੇ ਕਾਗਜ਼ਾਂ ਨਾਲ ਆਓ ਇੱਕ ਮਿੰਟ ਨਾਟ ਮੈਨੀਫੈਸਟੋ ਪਹਿਲਾਂ ਇਸ ਦੀ ਗੱਲ ਕਰੋ ਤੁਸੀਂ ਨੋਟੀਫਿਕੇਸ਼ਨ ਦੇ ਨਾਲ ਆਓ ਮੇਰੇ ਅਫਸਰ ਪੰਜਾਬ ਸਰਕਾਰ ਦੇ ਖੇਤੀਬਾੜੀ ਅਸੀਂ ਪ੍ਰੈਸ ਕਾਨਫਰੰਸ ਸਾਰੀ ਅਸੀਂ ਪ੍ਰਦੇਸ਼ ਪੰਜਾਬ ਦੀ ਪ੍ਰੈਸ ਬੁਲਾਵਾਂਗੇ ਉੱਥੇ ਆਪਾਂ ਦੁੱਧ ਦਾ ਦੁੱਧ ਪਾਣੀ ਹੋ ਜਾਊਗਾ ਨਾਲੇ ਜਨਤਾ ਨੂੰ ਪਤਾ ਲੱਗ ਜੂ ਵੀ ਵਾਕਿਆ ਸਾਡੇ ਵੇਲੇ ਹੋਇਆ ਤੇ ਕਿਸੇ ਹੋਰ ਵੇਲੇ ਹੋਇਆ ਕਿ ਹੋਇਆ ਵੀ ਤੁਹਾਡੇ ਖਿਲਾਫ ਕਿ ਨਹੀਂ ਹੋਇਆ ਤੁਸੀਂ ਐਵੇਂ ਕਹੀ ਜਾਂਦੇ ਸੁਣੋ ਜੀ ਸੁਣੋ ਇਹ ਆਪਣੇ ਮੰਤਰੀ ਸਾਹਿਬ ਕਹਿ ਰਹੇ ਆ ਵੀ ਸਾਡੇ ਜਿਹੜੇ ਕਾਂਗਰਸ ਵਾਲੇ ਉਹਨਾਂ ਨੂੰ ਨਹੀਂ ਪਤਾ ਇਸ ਬਾਰੇ ਨਹੀਂ ਪਰ ਮੈਂ ਤੁਹਾਨੂੰ ਯਾਦ ਕਰਵਾ ਦਿਆਂ ਜੀ ਜਿੰਨੇ ਵੀ ਤੁਹਾਨੂੰ ਯਾਦ ਕਰਾਉਂਦੇ ਆ ਜੀ ਤੁਸੀਂ ਇਸ ਗੱਲ ਨੂੰ ਧਿਆਨ ਨਾਲ ਸੁਣੋ ਵੀ ਜਿੰਨੇ ਵੀ ਸਾਡੇ ਐਮਐਲਏ ਆ ਉਹਨਾਂ ਨੇ ਇੱਕ ਰਾਜ ਸਭਾ ਦੇ ਵਿੱਚ ਮਤਾ ਪਾਇਆ ਵੀ ਇਹ ਕਾਨੂੰਨ ਗਲਤ ਹੈ ਤਾਂ ਇਹ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣ ਦੇਵਾਂਗੇ ਕੀ ਉਦੋਂ ਨਹੀਂ ਪੜ੍ਹੇ ਸੀ ਐਮਐਲਏ ਸਾਹਿਬ ਕੀ ਨਹੀਂ ਪੜ੍ਹੇ ਇਹਨਾਂ ਨੇ ਅਸੀਂ ਮਤੇ ਵਾਪਸ ਪਾਇਆ ਮੇਰਾ ਇੱਕ ਤੁਹਾਨੂੰ ਇੱਕ ਸਵਾਲ ਹੈ ਐਵੇਂ ਤਾਂ ਨਹੀਂ ਮੇਰਾ ਇੱਕ ਤੁਹਾਨੂੰ ਬੜੇ ਬਿਨੇ ਸਰ ਜੀ ਚਲੋ ਇੱਕ ਮਿੰਟ 10 ਮਿੰਟ ਤਾਂ ਹੋ ਗਏ ਪਰ ਕੋਈ ਨਹੀਂ 2 ਮਿੰਟ ਹੋਰ ਦੇ 5 ਲਓ ਇਸ ਗੱਲ ਤੇ ਪੜੇ ਕਿ ਨਹੀਂ ਪੜੇ ਮੈਂ ਤੁਹਾਨੂੰ ਆਖਿਆ ਕਿ ਪ੍ਰੈਸ ਦੇ ਸਾਹਮਣੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਊਗਾ ਵੀ ਕੌਣ ਸੱਚਾ ਕਿ ਤੁਸੀਂ ਸੱਚੇ ਹੋ ਕਿ ਅਸੀਂ ਸੱਚੇ ਇਸ ਮੁੱਦੇ ਤੇ ਨਹੀਂ ਤੁਸੀਂ ਇਕੱਲੇ ਨੇ ਪੜੇ ਸਾਨੂੰ ਵੀ ਪੜਨਾ ਜੱਜ ਕਹਿੰਦਾ ਹੈ ਫੈਸਲਾ ਮੈਂ ਦੇਵਾਂਗਾ ਕਿ ਕਿਹਨੇ ਗੋਲੀ ਮਾਰੀ ਹੈ ਬਟ ਮੈਂ FIR ਪੜੂੰਗਾ ਮੈਨੂੰ ਟਾਈਮ ਦਿਓ ਡੇਟ ਪਾਤੀ ਸਾਨੂੰ ਤੁਹਾਡੇ ਨਾਲ ਵਾਅਦਾ ਕਰਦਾ ਤੁਸੀਂ ਆਪਦੇ ਕਾਨੂੰਨ ਲਿਆਓ ਅਸੀਂ ਆਪਦਾ ਕਾਨੂੰਨ ਉਹ ਬੰਦੇ ਪਾਵਾਂਗੇ ਅਸੀਂ ਪੜ੍ਹ ਕੇ ਦੱਸਾਂਗੇ ਔਰ ਪਬਲਿਕ ਦੇ ਸਾਹਮਣੇ ਰਿਪੋਰਟ ਤੇ ਮੈਂ ਕਹਿੰਦਾ ਇਹਨੇ ਕਤਲ ਕੀਤਾ ਜਦੋਂ ਤੂੰ ਕੀਤਾ ਹੀ ਨਹੀਂ ਤੁਸੀਂ ਕੀਤਾ ਹੀ ਨਹੀਂ ਅੱਛਾ ਅਗਲੀ ਗੱਲ ਜਿਹੜੀ ਤੁਸੀਂ ਗੱਲ ਕਰ ਲਿਓ ਮੇਰਾ ਤੁਹਾਨੂੰ ਇੱਕ ਸਵਾਲ ਹੈ ਕਰੋ ਜੀ 31 ਜਥੇਬੰਦੀਆਂ ਹਾਂਜੀ ਮੈਂ ਅਗਰਾਹਾਂ ਸਾਹਿਬ ਦੀ ਵੀ ਬਾਬਾ ਵੱਡੀ ਉਹਨਾਂ ਨੂੰ ਮੈਂ ਸੁਣਦੇ ਵੇਖਿਆ ਬੋਲਦੇ ਮੇਰੀ ਗੱਲ ਸੱਚ ਹੈ ਕਿ ਝੂਠਾ ਉਹਦੇ ਚ ਹਾਂ ਕਰੇ ਉਹ ਕਹਿੰਦੇ ਵੀ ਕਿਸੇ ਰਾਜਨੀਤਿਕ ਬੰਦੇ ਦਾ ਵਿਦਆਊਟ ਭਾਜਪਾ ਵਿਰੋਧ ਨਹੀਂ ਕਰਨਾ ਨੰਬਰ 1 ਹੋਰ ਟਕੈਤ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਕਿਸੇ ਦਾ ਵਿਰੋਧ ਨਹੀਂ ਕਰਨਾ ਵਿਦਆਊਟ ਉਹਨਾਂ ਦੇ ਸਟੇਜ ਤੇ ਨਹੀਂ ਕਰਨਾ ਸਾਨੂੰ ਉਹਨਾਂ ਜਥੇਬੰਦੀਆਂ ਨੇ ਅਗਰਾਹਾਂ ਜਿਨ੍ਹਾਂ ਦਾ ਸੰਘਰਸ਼ ਵੀ ਮੈਨੂੰ ਲੱਗਦਾ ਬੰਦੇ ਵੀ ਬਹੁਤ ਜ਼ਿਆਦੇ ਤੇ ਸ਼ਹੀਦ ਵੀ ਬਹੁਤ ਹੋਏ ਸਿੱਧੂਪੁਰ ਦੇ ਵੀ ਬਹੁਤ ਹੋਏ ਮੈਂ ਜਿਹੜਾ ਇੱਥੇ ਸ਼ਹੀਦ ਹੋਇਆ ਸੀ ਆਪਣਾ ਸਾਡਾ ਪਰਿਵਾਰ ਉੱਥੇ ਆਪਦੀ ਤਨਖਾਹ 'ਚੋਂ ਲੱਖ ਰੁਪਇਆ ਦੇ ਕੇ ਆਇਆ ਸੀ ਬੇਸ਼ੱਕ ਉਹ ਭਾਵੇਂ ਕਰਦੇ ਪਰ ਭਾਜੀ ਮਾਣ 30 ਜਥੇਬੰਦੀਆਂ ਤੁਹਾਨੂੰ ਇੱਕ 31ਵੀਂ ਜਥੇਬੰਦੀ ਨੂੰ ਕਹਿਣੀ ਹੈ ਕਿ ਆਪਾਂ ਇਹ ਕੰਮ ਨਹੀਂ ਕਰਨਾ ਤੁਸੀਂ ਕਿਉਂ ਕਰਦੇ ਹੋ ਅਕਾਲੀ ਕਾਂਗਰਸ ਦੇ 60 ਐਮਐਲਏ ਹੈ ਜੀ 60 ਐਮਐਲਏ ਇੱਕ ਦੂਜੇ ਦਾ ਝਾਟਾ ਸੀ ਇੱਕੋ ਪਾਰਟੀ ਦੇ ਜਥੇਬੰਦੀਆਂ ਕਹਿ ਰਹੀਆਂ ਕਿ 30 ਜਥੇਬੰਦੀਆਂ ਨੇ ਕਿਹਾ ਵੀ ਤੁਸੀਂ ਨਹੀਂ ਕਰਨਾ ਤੁਸੀਂ ਕਿਉਂ ਕਰਨਾ ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਤੁਸੀਂ 2017 ਚ ਐਮਐਲਏ ਬਣੇ ਸੀ ਪਿਛਲੇ ਮਹੀਨੇ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ ਅਸੀਂ ਦੱਸ ਦਿਆਂ ਤੁਸੀਂ ਚੱਲੇ ਕਿਉਂ ਗਏ ਅਸੀਂ ਲੋਟਾ ਪਰ ਤੁਸੀਂ ਉਹਨਾਂ ਨਾਲ ਲੜਦੇ ਤੁਸੀਂ ਉਹਨਾਂ ਨਾਲ ਲੜਦੇ ਪਾਰਟੀ ਦੇ ਜਾਬਤੇ ਤੁਸੀਂ ਉਹਨਾਂ ਨਾਲ ਲੜਦੇ ਤੁਸੀਂ ਜਥੇਬੰਦੀਆਂ ਨਾਲ ਲੜਦੇ ਤੁਸੀਂ ਯਾਰ ਕਮਾਲ ਹੈ ਪੰਜਾਬ ਬੰਦਾ ਤੋਂ ਵੱਧ ਇਕੱਠ ਨਹੀਂ ਕਰਾਂਗੇ ਪੰਜਾਬ ਬੰਦਾ ਤੋਂ ਵੱਧ ਇਕੱਠ ਨਹੀਂ ਕਰਾਂਗੇ ਚੰਦਰਾ ਵੱਖਰਾ ਅਸੀਂ ਦਿਨ ਦੇ ਵਿੱਚ ਅਗਰਾਹ ਚੰਡੀਗੜ੍ਹ 30 ਜਥੇਬੰਦੀਆਂ ਨਾਲ ਹੀ ਪਾਰਟੀ ਹੋਈ ਸੀ ਚੰਡੀਗੜ੍ਹ ਤੁਸੀਂ ਦੱਸੋ 2017 ਦੇ ਵਿੱਚ ਤੁਸੀਂ ਐਮਐਲਏ ਬਣੇ ਸੀ ਸੁਣੋ ਜੀ ਸਾਡੇ 2 ਸਵਾਲ ਰਹਿ ਗਏ ਪਹਿਲਾਂ ਤੂੰ ਮੇਰਾ ਜਵਾਬ ਨਹੀਂ ਦਿੱਤਾ ਮੈਂ ਕਿਉਂ ਦੇਵਾਂ ਜਥੇਬੰਦੀਆਂ ਦੇ 10 ਮਿੰਟ ਸਵਾਲ ਦਿੱਤੇ ਉਹਦੇ ਮੇਰਾ ਇੱਕ ਜਵਾਬ ਦੇ ਸਰਦਾਰ ਜੀ ਤੁਸੀਂ ਸੁਣੋ ਮੇਰੀ ਗੱਲ ਸਾਡੀਆਂ 30 ਜਥੇਬੰਦੀਆਂ ਦਾ ਫੈਸਲਾ ਹੋਇਆ ਸੀ ਵੀ ਦੂਜਿਆਂ ਨੂੰ ਸਵਾਲ ਕਰਨੇ ਅਸੀਂ ਸਵਾਲ ਕਰਨ ਜਾਂਦੇ ਸੀ ਤੇ ਸਾਡੇ ਬੰਦੇ ਜਦੋਂ ਸਵਾਲ ਕਰਦੇ ਸੀ ਉਦੋਂ ਵੀ ਇਹਨੇ ਕਿਹਾ ਵੀ ਬੀਬੀਆਂ ਨੂੰ ਸਵਾਲ ਕਰਦੇ ਆ ਜਦੋਂ ਇਹਨੂੰ ਸਵਾਲ ਕਰਨ ਆਏ ਇਹ ਗੱਡੀ ਢਾ ਕੇ ਲੈ ਗਿਆ ਤੁਸੀਂ ਅਸੀਂ ਹਲੋ ਤੁਹਾਡਾ ਸੋਸ਼ਲ ਮੀਡੀਆ ਤੇ ਘੈਂਟ ਚੱਲਣਾ ਚਾਹੀਦਾ ਵੀ ਰਾਜੇ ਵੜਿੰਗ ਕੋ ਪੈਰੀ ਹੱਥ ਲਵਾਤੀ ਆ ਅਸੀਂ ਆਪ ਲਾਵਾਂਗੇ ਆਪ ਤੋਂ ਛੋੜ ਇਹ ਪਤਾ ਕਿ ਭਾਜੀ ਆਹ ਟੁੱਟ ਜੇ ਨੂੰ ਮੇਰੀ ਕੇਵਲ ਆਈ ਇਹ ਗੁਰੂ ਨੇ ਨਹੀਂ ਮੇਰੇ ਸਿਖਾਇਆ ਮੁੱਕਰ ਤੋਂ ਯਾਰ ਸਾਰਾ ਕੁਝ ਗੁਰੂ ਨੇ ਕਿਹਾ ਸਤਿਕਾਰ ਕਰੋ ਸਤਿਕਾਰ ਰਾਜਾ ਜੀ ਤੁਸੀਂ ਸਿਆਣੇ ਹੋ ਤਾਂ ਹੀ ਐਮਐਲਏ ਨਹੀਂ ਅਸੀਂ ਮੇਰੀ ਗੱਲ ਛੱਡੀ ਬਾਈ ਜਿਹੜੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਦਾ ਕਾਤਲ ਮੋਦੀ ਆ ਤੁਸੀਂ ਮੰਨਦੇ ਹੋ ਕਾਤਲ ਮੋਦੀ ਹੈ ਉਹ ਵੀ ਕਾਤਲ ਮੋਦੀ ਆ ਜਿਹੜੇ ਕਿਸਾਨ ਤੇਰੇ ਕਹਿਣ ਨਾਲ ਕੁਝ ਨਹੀਂ ਮੰਨਦੇ ਹੋ ਤੁਸੀਂ ਤੁਹਾਡੇ ਕਹਿਣ ਨਾਲ ਬ੍ਰਦਰ ਜਿਹੜੇ ਕਿਸਾਨ ਸ਼ਹੀਦ ਹੋਏ ਉਹਨਾਂ ਦਾ ਕਾਤਲ
ਕੌਣ ਆ? ਉਹਨਾਂ ਦਾ ਕਾਤਲ ਕੌਣ ਹੈ? 600 ਕਿਸਾਨਾਂ ਦਾ, ਇਹ 600 ਕਿਸਾਨਾਂ ਦਾ ਕਾਤਲ ਕੌਣ ਹੈ? 600 ਕਿਸਾਨ ਸੰਘਰਸ਼ ਕਰਦੇ ਜਿਹੜੇ ਕਿਸਾਨਾਂ ਦੇ ਖਿਲਾਫ ਕਾਨੂੰਨ ਮਾੜੇ ਬਣਾਤੇ ਉਹ ਮੇਰੇ ਕਿਸਾਨ ਭਰਾ ਵਿਚਾਰੇ ਸੰਘਰਸ਼ ਕਰਦੇ ਸ਼ਹੀਦ ਹੋ ਗਏ। ਮੈਂ ਸਮਝਦਾ ਕਿ ਜੇ ਉਹ ਕਾਲੇ ਕਾਨੂੰਨ ਨਾ ਬਣਾਏ ਜਾਂਦੇ ਤਾਂ ਸ਼ਾਇਦ ਉਹਨਾਂ ਨੂੰ ਆਪਦੀ ਜਾਨ ਨਾ ਗਵਾਉਣੀ। ਇੱਕ ਸਵਾਲ ਹੈ ਜੀ, ਹੁਣ ਜਿਹੜਾ 84 ਚ ਕਤਲੇਆਮ ਹੋਇਆ ਉਹਦਾ ਕਾਤਲ ਕੌਣ ਸੀ? ਇੰਦਰਾ ਗਾਂਧੀ ਸੀ ਕਿ ਨਹੀਂ? ਸਿੱਖਾਂ ਦੀ ਕਾਤਲ ਇੰਦਰਾ ਗਾਂਧੀ ਹੈ ਕਿ ਨਹੀਂ? ਤੁਸੀਂ ਉਹਨੂੰ ਮਾਂ ਦਾ ਖਿਤਾਬ ਦਿੱਤਾ ਕਿ ਨਹੀਂ? ਤੁਸੀਂ ਉਹਨੂੰ ਦੁਰਗਾ ਮਾਤਾ ਕਿਹਾ ਕਿ ਨਹੀਂ? ਇਹ ਗਲਤ ਕਿ ਨਹੀਂ? ਤੁਸੀਂ ਸਿੱਖ ਹੋਣ ਦੇ ਨਾਂ ਤੇ ਰੋਕ ਰਹੇ ਹੋ। ਮੁੱਦਾ ਜੀ ਸਾਡਾ ਸਿੱਖ ਵੀ ਮੇਰੀ ਬੇਨਤੀ ਹੈ, ਜਦੋਂ 84 ਸੀ ਉਦੋਂ ਮੈਂ ਕੇਵਲ 6 ਸਾਲ ਦਾ ਸੀ। ਉਸ ਸਮੇਂ ਕੀ ਹੋਇਆ ਕੀ ਨਹੀਂ ਹੋਇਆ ਕਿਤਾਬਾਂ 'ਚ ਪੜ੍ਹਿਆ ਔਰ ਬੜਾ ਵੱਡਾ ਦੁਖਾਂਤ ਉਹਦੀ ਮਾਫੀ ਕਈ ਵਾਰੀ ਕਾਂਗਰਸ ਪਾਰਟੀ ਨੇ ਦੇਸ਼ ਦੀ ਪਾਰਲੀਮੈਂਟ ਵਿੱਚ, ਅਗਰ ਕਿਸੇ ਨੇ ਇਸ ਬੰਦੇ ਨੇ ਗਲਤੀ ਕੀਤੀ ਜਾਂ ਇਹਨੇ ਕਰ ਲਈ, ਉਹਦੀ ਮਾਫੀ ਕਈ ਵਾਰੀ ਮਾਫੀ ਮੰਗੀ ਗਈ ਔਰ ਸਿੱਖਾਂ ਦਾ ਪਾਰਲੀਮੈਂਟ ਹਰਮੰਦਰ ਸਾਹਿਬ ਹਰੀ ਦਾ ਮੰਦਰ ਉੱਥੇ ਜਾ ਕੇ ਸਾਡੇ ਲੀਡਰ ਰਾਹੁਲ ਗਾਂਧੀ ਨੇ ਵੀ ਮਾਫੀ ਮੰਗ ਕੇ ਉਹਨਾਂ ਨੂੰ ਉੱਥੇ ਪਿਆਰ ਵੀ ਦਿੱਤਾ, ਲੰਗਰ ਵੀ ਛਕਿਆ ਤੇ ਸੇਵਾ ਵੀ ਕੀਤੀ। ਇਹ ਪੁਰਾਣਾ ਬਹੁਤ ਗੱਲ ਹੈ ਔਰ ਇਹ ਕਿਸਾਨੀ ਦਾ ਮੁੱਦਾ ਨਹੀਂ, ਇਹ ਤਾਂ ਸਿਆਸੀ ਕੰਮ ਚੱਲ ਰਿਹਾ, ਸਿਆਸੀ ਕੰਮ। ਅਗਰ ਮੁੱਦਾ ਕਿਸਾਨੀ ਦਾ ਗੱਲ ਕਰੋ ਤੇ 84 ਦੀ ਗੱਲ ਕਰੋ, ਇਹ ਸਿਆਸਤ ਨਾ ਕਰੋ, ਸਿਆਸਤ ਨਾ ਕਰੋ, ਕਿਸਾਨੀ ਮੁੱਦੇ ਦੀ ਗੱਲ ਕਰੋ। ਹੁਣ ਮੈਂ 15 ਮਿੰਟ ਮੰਤਰੀ ਜੀ, ਅਸੀਂ ਤੁਹਾਨੂੰ ਪੁੱਛਦੇ ਹਾਂ ਕਿ 2017 ਚ ਤੁਸੀਂ ਇਲੈਕਸ਼ਨ ਲੜੀ ਸੀ ਐਜ਼ ਐਮਐਲਏ, ਐਜ਼ ਬੀਇੰਗ ਏ ਕਾਂਗਰਸ ਪਾਰਟੀ ਕੈਂਡੀਡੇਟ। ਕਾਂਗਰਸ ਪਾਰਟੀ ਦਾ ਮੈਨੀਫੈਸਟੋ ਸੀਗਾ, ਫਸਟ ਸੀਗਾ ਕਿ ਅਸੀਂ ਕਿਸਾਨਾਂ ਦੇ ਸਾਰੇ ਕਰਜ਼ੇ ਮਾਫ ਕਰਾਂਗੇ। ਮਹੀਨਾ ਕੁ ਪਹਿਲਾਂ ਤੁਸੀਂ ਤੁਹਾਡਾ ਬਿਆਨ ਸੀਗਾ ਪਟਵਾਰੀ ਯੂਨੀਅਨ ਦੇ ਵਿੱਚ ਬੈਠਿਆਂ ਦਾ ਕਿ ਜੀ ਮੈਂ ਐਮਐਲਏ ਹਾਂ, ਅਸੀਂ ਕੈਬਨਿਟ ਨੂੰ ਆਪਣੇ ਕੰਸਰਨ ਫਾਰਵਰਡ ਕਰਨੇ ਹੁੰਦੇ ਆ, ਉਹਨਾਂ ਦੇ ਆਰ ਡਿਸੀਜਨ ਮੇਕਰ। ਨਾਓ ਯੂ ਆਰ ਅ ਡਿਸੀਜਨ ਮੇਕਰ ਪਰਸਨ। ਕੀ ਤੁਸੀਂ ਲੱਗਦਾ ਤੁਹਾਨੂੰ ਅਮਰਿੰਦਰ ਸਿੰਘ ਜੀ ਰਾਜਾ ਵਿਡਿੰਗ ਜਿਹੜੇ ਵਾਅਦਾ ਕਰ ਰਹੇ ਸੀ ਉਹਨਾਂ ਨੇ 2017 ਚ ਲੋਕਾਂ ਨਾਲ, ਹੁਣ ਇਹ ਕਰਜ਼ੇ ਮਾਫ ਕਰਨਗੇ ਐਜ਼ ਏ ਮਿਨਿਸਟਰ, ਜਾਂ ਆਪਣੇ ਸੀਐਮ ਸਾਹਿਬ ਨੂੰ ਫੋਰਸ ਕਰਨਗੇ ਵੀ ਹਾਂ ਕਰਜ਼ੇ ਜ਼ਰੂਰ ਮਾਫ ਹੋਣੇ ਚਾਹੀਦੇ? ਨਹੀਂ, ਮੈਂ ਅਪੋਜ਼ ਕਰਨਾ ਆਪਣੀ ਸਰਕਾਰ ਨੂੰ, ਕਰਨਗੇ ਆਪਣੀ ਸਰਕਾਰ ਨੂੰ ਅਪੋਜ਼, ਜਾਂ ਕਰਜ਼ੇ 100% ਕਰਜ਼ੇ ਮਾਫ ਕਰਵਾਉਣਗੇ? ਹੁਣ ਮੇਰਾ ਅੱਗੇ ਟਾਈਮ ਹੋ ਗਿਆ, ਇਹਦਾ ਮੈਂ ਜਵਾਬ ਦਿੰਦਾ, ਪਰ ਇਦੋਂ ਬਾਅਦ ਨੋ ਮੋਰ ਸਵਾਲ। ਭਾਵੇਂ ਰਾਜੀ ਰਹੋ ਭਾਵੇਂ ਗੁੱਸੇ ਨਾਲ। ਅਸੀਂ ਇਹ ਗੱਲ ਕਹੀ ਸੀ ਕਿਸਾਨਾਂ ਦੇ ਕਰਜ਼ੇ ਮਾਫ ਕਰਾਂਗੇ। ਨਹੀਂ, ਮੈਂ ਨਹੀਂ ਆਨਸਰ ਕਰ ਸਕਦਾ ਨਾ, ਮੈਂ ਬਲਕਿ ਮੈਂ ਬਾਹਰ ਵਾਅਦਾ ਕੀਤਾ ਸੀ ਕਾਫਲਾ ਨਹੀਂ ਬਣਾਵਾਂਗੇ। ਨਹੀਂ ਤੁਸੀਂ ਮੋਰਚੇ ਦਾ ਕਮਿਟਮੈਂਟ ਵਾਲੀ ਤੋੜੀ ਹੈ ਜੀ। ਨਹੀਂ ਜੀ, ਸਵਾਲ ਦਾ ਜਵਾਬ ਹੈ ਜੀ। ਨਹੀਂ, ਕਮਿਟਮੈਂਟ ਤੋੜੀ ਹੈ ਤੁਹਾਡੀ ਪਾਰਟੀ ਦੀ, ਸਾਡੀਆਂ ਜਥੇਬੰਦੀਆਂ ਨੇ ਕਮਿਟਮੈਂਟ ਸੀ ਵੀ ਅਸੀਂ ਕਾਫਲਾ ਨਹੀਂ ਕਰਾਂਗੇ। ਕਾਫਲਾ ਇਦਾਂ ਗਲਤ ਇਹ ਲੜਨ ਵਾਸਤੇ ਆਇਆ ਮੈਂ ਥੋੜੀ ਨਹੀਂ। ਹੁਣ ਤੁਸੀਂ ਇੱਕ ਕਰਕੇ ਫੇਰ ਕੋਈ ਲਾਸਟ ਸਵਾਲ ਤੁਹਾਡਾ ਵੀ ਵਿੱਚ ਹੀ ਦੇ ਦੂੰਗਾ, ਤੁਹਾਡਾ ਦੇ ਦੂੰਗਾ ਵਿੱਚ ਕਾਫਲੇ ਵਾਲਾ ਵੀ। ਜਿਹੜੀ ਤੁਸੀਂ ਕਹੇ ਤੁਸੀਂ ਸਵਾਲ ਪੁੱਛਦੇ ਹੋ ਵੀ ਦੋ ਜਥੇਬੰਦੀਆਂ ਕਿਉਂ ਨਹੀਂ ਪੁੱਛਦੀਆਂ? ਸੰਯੁਕਤ ਕਿਸਾਨ ਮੋਰਚੇ ਸਿੱਧੂ ਬਾਰੇ ਮੀਤ ਪ੍ਰਧਾਨ ਹੈ ਕਿੱਧਰ ਦੇ ਹਲਕੇ ਦਾ ਜੀ। ਸਾਡੀ ਜਥੇਬੰਦੀ ਸਵਾਲ ਪੁੱਛਦੀ ਹੈ। ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਹੈ ਵੀ ਆਪਾਂ ਤੁਸੀਂ ਇਕੱਲੇ ਪੁੱਛ ਰਹੇ ਸਵਾਲ ਪੁੱਛਣੇ ਮੈਨੂੰ ਕਿਸੇ ਪਿੰਡ ਚ ਸਿੱਧੂਪੁਰ ਤੋਂ ਬਿਨਾਂ ਕਿਸੇ ਨੇ ਸਵਾਲ ਨਹੀਂ ਪੁੱਛਿਆ। ਆਪਣਾ ਕੋਟ ਲਿਵਲ ਪਿੰਡ ਹੈ ਮੇਰਾ ਸਿੱਧੂਪੁਰ ਤੋਂ ਬਿਨਾਂ ਬ੍ਰਦਰ ਮੈਨੂੰ ਕਦੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕੋਈ ਨਹੀਂ ਜੋ ਸਾਹਿਬ ਜੀ ਨੇ ਇਹਨਾਂ ਨੇ ਸਵਾਲ ਕੀਤਾ, ਬਹੁਤ ਆਦਰ ਤੇ ਸਤਿਕਾਰ ਦਾ ਸਵਾਲ। ਰਾਜਾ ਜੀ ਇੱਕ ਸਵਾਲ ਲੈ ਜਾਓ ਮੇਰਾ, ਫਿਰ ਮੈਨੂੰ ਜਵਾਬ ਤਾਂ ਦੇ ਲੈਣਾ। ਤੁਹਾਨੂੰ ਰਿਕਵੈਸਟ ਹੈ ਵੀ ਤੁਹਾਡੀ ਪਾਰਟੀ ਨੇ ਵੀ ਡਿਸੀਜਨ ਲਿਆ ਕਿ ਅਸੀਂ ਜਿਹੜਾ ਆਫੀਸ਼ੀਅਲ ਲਾਭ ਲੈਣਾ ਕਿਸਾਨ ਵਿਰੋਧੀ ਆ। ਇਹ ਕਲੀਅਰ ਹੋ ਗਿਆ ਵੀ ਖੇਡ ਤੇ ਸਾਈਨ ਕਰਨ ਵਾਲੀ ਕਾਂਗਰਸ ਹੈ ਔਰ ਉਹਨੂੰ ਲਾਗੂ ਕਰਨ ਵਾਲੀ ਬੀਜੇਪੀ ਵਿਰੋਧੀ ਆ। ਜੇ ਰਾਜਾ ਕਿਸਾਨ ਐਮਐਸੀ ਆ ਸਾਡੇ ਨਾਲ ਵਾਅਦਾ ਕਰਕੇ ਜਾਵੇ ਵੀ ਮੈਂ ਇਹ ਪਾਰਟੀ ਛੱਡੂਗਾ, ਮੈਂ ਕਿਸਾਨਾਂ ਦੇ ਨਾਲ ਖੜਾ, ਮੈਂ ਤਾਂ ਜਾਣ ਦੇਣਾ। ਕਦੇ ਵਾਅਦਾ ਕਰੇ ਵਾਅਦਾ ਸੁਣ ਯਾਰ, ਮੀਡੀਆ ਕਮੇਟੀ ਦੀ ਜਵਾਬ ਲੈ ਲਗੇ ਯਾਰ। ਕਿਸੇ ਦੇ ਕਹਿਣ ਦੇ ਨਾਲ ਭਾਵੇਂ ਇਹ ਤਾਂ ਬਾਈ ਜੀ ਹੈ ਮੇਰੇ ਸਤਿਕਾਰਯੋਗ ਹੈ, ਮੈਨੂੰ ਮੇਰੇ ਘਰ ਵਾਲੀ ਵੀ ਕਹਿੰਦੇ ਪਾਰਟੀ ਛੱਡਣ ਨੂੰ, ਨਹੀਂ ਛੱਡਾਂਗਾ। ਨੰਬਰ 1 ਅਗਲੀ ਗੱਲ, ਅਸੀਂ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੀ ਗੱਲ ਕੀਤੀ ਸੀ। ਕੀ ਹੋਇਆ ਕਿ 31,000 ਕਰੋੜ ਰੁਪਇਆ ਅਸੀਂ ਵੇਖਿਆ ਸੀ ਸਾਡੇ ਸਿਸਟਮ 'ਚ ਪਿਆ ਹੈ, ਤੇ ਕੁਝ ਪੈਸਾ ਜਿਹੜਾ 16,000 ਕਰੋੜ ਰੁਪਇਆ ਹੈ
ਅਸੀਂ 46000 ਕਰੋੜ ਰੁਪਏ ਦੇ ਨਾਲ ਕਰਜ਼ੇ ਮਾਫ ਸਾਰੇ ਕਰ ਦੇਣੇ ਸੀ। ਬਟ ਵਾਟ ਹੈਪਨ ਆਲ ਆਫ ਸਡਨ, ਸਰਕਾਰ ਸਾਡੀ ਗਿਣਤੀ ਹੋ ਗਈ, ਅਸੀਂ ਜਿੱਤ ਗਏ, ਲੇਕਿਨ ਇਸ ਦੇ ਬਾਵਜੂਦ ਸੰਵਿਧਾਨ ਹੈ ਕਿ 10-15 ਦਿਨ ਮੁੱਖ ਮੰਤਰੀ ਸਰਦਾਰ ਬਾਦਲ ਰਿਹਾ ਜਿੰਨਾ ਚਿਰ ਸਹੁੰ ਨਹੀਂ ਚੱਕੀ ਦੀ ਸੀ। ਉਹਨਾਂ ਨੇ 31000 ਕਰੋੜ ਤੇ ਸੈਂਟਰ ਨੂੰ ਜਿਹੜਾ ਪੁਰਾਣਾ ਕੋਈ ਬਕਾਇਆ ਖੜਾ ਸੀ ਫੂਡ ਦਾ, ਉਹਨਾਂ ਨੇ ਝਰੀਟ ਮਾਰਤੀ। ਸਾਡੇ ਖਜ਼ਾਨੇ ਚੋਂ 31000 ਕਰੋੜ ਰੁਪਇਆ ਸ਼ਿਫਟਡ ਟੂ ਦਿੱਲੀ। ਉਹਨਾਂ ਦੇ ਮਨ 'ਚ ਵਹਿਮ ਸੀ ਕਿ ਕਿਤੇ ਕਾਂਗਰਸ ਆ ਕੇ ਸਾਰਾ ਕਰਜ਼ਾ ਮਾਫ ਕਰ ਦੂਗੀ ਤਾਂ ਕਿਸਾਨ ਨੇ ਜ਼ਿੰਦਗੀ ਭਰ ਹਿੱਲਣਾ ਨਹੀਂ। ਉਸ ਤੋਂ ਬਾਅਦ ਸਾਡੇ ਖਜ਼ਾਨੇ 'ਚ ਜਿੰਨਾ ਕਮਾਲ ਸੀ, ਪਹਿਲਾਂ ਕੇਂਦਰ ਦੇ ਵਿੱਚ ਅੱਜ ਤੱਕ ਬੜੀਆਂ ਸਰਕਾਰਾਂ ਬਣੀਆਂ, ਕੇਂਦਰ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਬੜੀਆਂ ਸਰਕਾਰਾਂ ਬਣੀਆਂ, ਲੇਕਿਨ ਇੱਕੋ ਇੱਕ ਕਾਂਗਰਸ ਪਾਰਟੀ ਦੀ ਸਰਕਾਰ ਸੀ, ਡਾਕਟਰ ਮਨਮੋਹਨ ਸਿੰਘ। 30000 ਕਰੋੜ ਰੁਪਇਆ ਉਹਨੇ ਪੰਜਾਬ ਦਾ ਮਾਫ ਕੀਤਾ ਸੀ। ਕੋਈ ਔਨ ਰਿਕਾਰਡ ਕੋਈ ਹੋਰ ਸਰਕਾਰ ਨੂੰ ਹਾਲੋ ਜਿੰਨਾ ਵੀ ਤਿਲਫੁਲ ਕੀਤਾ, ਅਸੀਂ ਇਸ ਗੱਲ ਦੀ ਮਾਫੀ ਮੰਗਦੇ ਹਾਂ। ਜਿੰਨਾ ਕਿਹਾ ਨਹੀਂ ਕੀਤਾ, ਸਾਨੂੰ ਜੇ ਸਾਡੇ ਕੋਲੇ ਸਮਾਨ ਜਿਹੜਾ ਤੁਹਾਡੀ ਕੈਲਕੂਲੇਸ਼ਨ ਸਹੀ ਸੀ, ਜਿਹੜੀ ਚੋਣ ਮੈਨੀਫੈਸਟੋ ਚ ਆਈ ਸੀ ਉਹ ਕੈਲਕੂਲੇਸ਼ਨ ਸਹੀ ਸੀ। ਜਿਹੜਾ ਤੁਸੀਂ ਹੁਣ ਅਗਲਾ ਪੈਸੇ ਦੀ ਗੱਲ ਕਰਦੇ ਮੰਗ ਰੱਖਾਂਗੇ, ਬਿਲਕੁਲ ਮੰਗ ਰੱਖਾਂਗੇ, ਬਿਲਕੁਲ ਮੰਗ ਰੱਖਾਂਗੇ। ਤੁਸੀਂ ਕੀ